ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਹੜੇ ਪੰਜਾਬ ਦੇ ਵਿੱਚ ਉਦਯੋਗ ਨੂੰ ਲੈ ਕੇ ਇੰਡਸਟਰੀ ਨੂੰ ਲੈ ਕੇ ਸਟਾਰਟਅਪਸ ਨੂੰ ਲੈ ਕੇ ਹਰ ਰੋਜ਼ ਮੀਟਿੰਗਸ ਕਰ ਰਹੇ ਨੇ ਕਾਨਫਰੰਸਸ ਕਰ ਰਹੇ ਨੇ ਹਰ ਫੀਲਡ ਦੇ ਵਿੱਚ ਜਾ ਕੇ ਤੇ ਸਾਡੀ ਖੁਸ਼ਨਸੀਬੀ ਹੈ ਕਿ ਪੰਜਾਬ ਨੂੰ ਪਿਆਰ ਕਰਨ ਵਾਲੇ ਮੁੱਖ ਮੰਤਰੀ ਮਿਲੇ ਨੇ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਪਾਉਣ ਵਾਲੇ ਮੁੱਖ ਮੰਤਰੀ ਮਿਲੇ ਨੇ ਸੋ ਉਹਨਾਂ ਲਈ ਇੱਕ ਵਾਰੀ ਸ਼ਾਨਦਾਰ ਅਸੀਂ ਤਾੜੀ ਲਗਾਈਏ ਜਿਹੜੇ 5 ਸਾਲਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਵੱਖਰੀਆਂ ਲੀਹਾਂ ਉੱਤੇ ਲੈ ਕੇ ਜਾਣਗੇ ਤੇ ਉਹਨਾਂ ਦੇ ਨੇਤਰਤਵ ਵਿੱਚ ਕੰਮ ਕਰਕੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਜਿੰਨੇ ਵੀ ਇੱਥੇ ਆਫੀਸਰਸ ਨੇ ਜਿੰਨੇ ਸਟਾਰਟਅਪਸ ਲਈ ਆਏ ਹੋਏ ਨੇ ਜਿੰਨੀ ਇੰਡਸਟਰੀ ਆਈ ਹੋਈ ਹੈ ਸਾਰਿਆਂ ਦਾ ਅਸੀਂ ਪਹੁੰਚਣ ਤੇ ਸਵਾਗਤ ਕਰਦੇ ਹਾਂ ਇਨੋਵੇਸ਼ਨ ਮਿਸ਼ਨ ਪੰਜਾਬ ਉਹਨਾਂ ਦੀ ਟੀਮ ਉਹਨਾਂ ਨੂੰ ਵਧਾਈ ਦਿੰਦੇ ਆ ਜਿਹੜੇ ਇੰਨੀ ਹਿੰਮਤ ਕਰਕੇ ਸਾਰਾ ਐਨਕਰੇਜ ਕਰ ਰਿਹਾ ਸਾਰਿਆਂ ਨੂੰ ਸੋ ਮੈਂ ਦੇਖਿਆ ਵੀ ਜ਼ਿਆਦਾ ਯੂਥ ਹੈ ਜਿਹੜਾ ਇੱਥੇ ਸਾਰਾ ਪਹੁੰਚੇ ਹੋਏ ਨੇ ਯੂਥ ਬੈਠਾ ਹੈ ਐਂਡ ਸਟਾਰਟਅਪਸ ਦੇ ਵਿੱਚ ਸਾਡੇ ਪੰਜਾਬ ਦੇ ਟੈਲੈਂਟ ਵਰਗਾ ਟੈਲੈਂਟ ਮੈਨੂੰ ਲੱਗਦਾ ਵੀ ਦੁਨੀਆ 'ਚ ਹੈ ਨਹੀਂ ਇੱਥੋਂ ਦੇ ਨੌਜਵਾਨਾਂ ਦਾ ਜਿਹੜਾ ਪੈਸ਼ਨ ਹੈ ਜਿਹੜਾ ਮਿਹਨਤ ਕਰਨ ਦਾ ਜਜ਼ਬਾ ਹੈ ਜੋ ਇਹਨਾਂ ਦੇ ਦਿਮਾਗ ਨੇ ਇਹ ਬੜੇ ਯੂਨੀਕ ਨੇ ਤੇ ਕੰਮ ਕਰਨ ਦੀ ਸ਼ਿੱਦਤ ਬਹੁਤ ਜ਼ਿਆਦਾ ਹੈ ਜਦੋਂ ਕੋਈ ਸਟਾਰਟਅਪ ਕਰਦਾ ਪਹਿਲਾਂ ਵੀ ਇਹ ਨਹੀਂ ਕਿ ਹਿੰਮਤ ਨਹੀਂ ਕੀਤੀ ਨੌਜਵਾਨਾਂ ਨੇ ਨੀਤੀਆਂ ਬਣਦੀਆਂ ਰਹੀਆਂ ਨੇ ਸਰਕਾਰਾਂ 'ਚ ਪਰ ਕਿਤੇ ਨਾ ਕਿਤੇ ਨੀਅਤ ਦੀ ਕਮੀ ਸੀਗੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਕਮੀ ਸੀਗੀ ਜਦੋਂ ਕਿਸੇ ਨੇ ਸਟਾਰਟਅਪ ਲਾਉਣਾ ਹੁੰਦਾ ਜੀ ਤਾਂ ਉਹਨੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਚੀਜ਼ ਵੇਖਣੀ ਹੁੰਦੀ ਆ ਉਹਨੂੰ ਫਾਈਨੈਂਸ਼ੀਅਲ ਸਪੋਰਟ ਬਹੁਤ ਚਾਹੀਦੀ ਹੁੰਦੀ ਉਹਨੂੰ ਪੈਸਾ ਚਾਹੀਦਾ ਹੁੰਦਾ ਜਿਹਦੇ 'ਚ ਕੀ ਤੁਸੀਂ ਕਹਿ ਲਓ ਕਿ ਐਂਜਲ ਇਨਵੈਸਟਰ ਉਹਨੂੰ ਚਾਹੀਦਾ ਹੁੰਦਾ ਕਈ ਵਾਰ ਸਟਾਰਟਅਪ ਆਪਾਂ ਸ਼ੁਰੂ ਕਰ ਲੈਨੇ ਬਹੁਤ ਅੱਛੇ ਆਈਡੀਆ ਨਾਲ ਸ਼ੁਰੂ ਕਰ ਲੈਨੇ ਆ ਪਰ ਬਾਅਦ 'ਚ ਕੀ ਕਰਦਾ ਕਿ ਸਾਥੋਂ ਆਪਣੇ ਸਟਾਫ ਦੀਆਂ ਜਿਹੜੀਆਂ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਜਾਂ ਸਾਨੂੰ ਕਿਤੇ ਨਾ ਕਿਤੇ ਘਾਟਾ ਪੈ ਜਾਂਦਾ ਬਹੁਤ ਇਹੋ ਜਿਹੇ ਸਟਾਰਟਅਪਸ ਨੇ ਜਿਹੜੇ ਬੰਦ ਹੋ ਗਏ ਸੋ ਮੈਂ ਸੀਐਮ ਸਾਹਿਬ ਨੂੰ ਬੇਨਤੀ ਵੀ ਕਰੂੰਗੀ ਕਿ ਅਸੀਂ ਇਹੋ ਜਿਹੇ ਜਿਹੜੇ ਐਂਜਲ ਇਨਵੈਸਟਰ ਨੇ ਪੂਰੀ ਦੁਨੀਆ 'ਚੋਂ ਦੇਸ਼ 'ਚੋਂ ਐਨਕਰੇਜ ਵੀ ਕਰੀਏ ਕਿ ਸਟਾਰਟਅਪਸ ਨੂੰ ਸਪੋਰਟ ਕਰੋ ਤੇ ਅਸੀਂ ਵੀ ਜਿਹੜੇ ਐਜ਼ ਅ ਸਰਕਾਰ ਵੱਲੋਂ ਵੀ ਜਿਹੜੀ ਹੋਰ ਤੁਹਾਨੂੰ ਸਪੋਰਟ ਜਿੰਨੀ ਹੋ ਸਕਦੀ ਹੈ ਉਹਦੇ ਲਈ ਅੱਛੀ ਇੱਕ ਪਾਲਿਸੀ ਬਣਾਈ ਜਾਵੇਗੀ ਸੋ ਸਾਡਾ ਜਿਹੜਾ ਸੂਬਾ ਜੀ ਇਹ ਖੇਤੀ ਪ੍ਰਧਾਨ ਸੂਬਾ ਐਗਰੀਕਲਚਰ ਬੇਸਡ ਸੂਬਾ ਐਗਰੀਕਲਚਰ ਦੇ ਵਿੱਚ ਤੁਸੀਂ ਇੱਥੇ ਸਟਾਰਟਅਪ ਜਿਹਦੇ 'ਚ ਐਕਸਪੈਰੀਮੈਂਟ ਕਰਦੇ ਹੋ ਜਿੱਦਾਂ ਅੱਜ ਕਾਫੀ ਜ਼ਿਆਦਾ ਮਿਹਨਤ ਕਰਕੇ ਝਾੜ ਨਿਕਲਦਾ ਜਾਂ ਅਸੀਂ ਬਹੁਤ ਸਾਰੇ ਪੈਸਟੀਸਾਈਡਸ ਯੂਜ਼ ਕਰ ਰਹੇ ਹਾਂ ਯੂਰੀਆ ਦੇ ਵਿੱਚ ਨਾਈਟ੍ਰੋਜਨ ਇੰਨੀ ਹੁੰਦੀ ਹੈ ਕਿ ਅਸੀਂ ਪੂਰਾ ਪੰਜਾਬ ਜਿਹੜਾ ਬਿਮਾਰੀਆਂ ਨੇ ਘੇਰ ਲਿਆ ਉਸ ਪੈਸਟੀਸਾਈਡਸ ਕਰਕੇ ਕਿਉਂ ਨਹੀਂ ਅਸੀਂ ਕੋਈ ਇਹੋ ਜਿਹਾ ਆਈਡੀਆ ਕੱਢ ਸਕਦੇ ਕਿ ਝਾੜ ਵੀ ਵੱਧ ਨਿਕਲੇ ਤੇ ਸਾਡੀ ਜਿਹੜੀ ਅਸੀਂ ਜ਼ਹਿਰੀਲਾ ਖਾਣਾ ਖਾਣ ਤੋਂ ਵੀ ਬਚੀਏ ਫਸਲਾਂ ਦੇ ਵਿੱਚ ਉਸ ਤਰੀਕੇ ਦਾ ਅਸੀਂ ਦੁਨੀਆ ਤੋਂ ਵਰਲਡ ਮਾਰਕੀਟ ਦੇਖ ਕੇ ਥੋੜਾ ਕਦਮ ਕੁਝ ਇਹੋ ਜਿਹੇ ਕ੍ਰੀਏਟਿਵ ਆਈਡੀਆਜ਼ ਕੱਢੀਏ ਖੇਤੀਬਾੜੀ ਬਾਰੇ ਕਿਉਂਕਿ ਖੇਤੀਬਾੜੀ 'ਚ ਤੁਸੀਂ ਇੱਥੇ ਐਕਸਪੈਰੀਮੈਂਟ ਵੀ ਕਰ ਸਕਦੇ ਹੋ ਤੁਹਾਨੂੰ ਕੱਚਾ ਮਾਲ ਵੀ ਅਵੇਲੇਬਲ ਹੋ ਜਾਣਾ ਖੇਤੀਬਾੜੀ ਉੱਤੇ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਯੂਥ ਬੈਠੀ ਹੈ ਕਿਵੇਂ ਅਸੀਂ ਝਾੜ ਵਧਾ ਸਕਦੇ ਹਾਂ ਕਿਸ ਤਰੀਕੇ ਅਸੀਂ ਇਹ ਪੈਸਟੀਸਾਈਡਸ ਦਾ ਕੋਈ ਹੱਲ ਕੱਢ ਸਕਦੇ ਹੋ ਜੇ ਉਹ ਬਾਕਮਾਲ ਚੀਜ਼ ਹੋਣੀ ਉਹ ਪੰਜਾਬ ਨੂੰ ਤੁਹਾਡੀ ਬਹੁਤ ਵੱਡੀ ਦੇਣ ਹੋਣੀ ਕਿਉਂਕਿ ਪੰਜਾਬ ਇਹ ਜ਼ਹਿਰੀਲੀਆਂ ਖਾਦਾਂ ਪਾ ਯੂਰੀਆ ਵਰਗੇ ਬਿਮਾਰ ਹੋ ਰਿਹਾ ਹੈ ਤੇ ਇਸ ਤੋਂ ਬਿਨਾਂ ਜਿਹੜਾ ਹੁਣ ਅਸੀਂ ਇੱਕ ਰਾਉਂਡ ਲਾ ਕੇ ਆਏ ਆ ਉਹਦੇ 'ਚ ਮੈਂ ਦੇਖਿਆ ਵੀ ਕੁਝ ਜੋ ਸੌਫਟਵੇਅਰ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਕੁਝ ਜਿਹੜੇ ਮਾਡਲਸ ਤਿਆਰ ਕੀਤੇ ਹੋਏ ਸੀਗੇ ਦੇਖੋ ਜਿਹੜਾ ਫੇਸਬੁੱਕ ਸੀਗਾ ਜੀ ਉਹ ਇੱਕ ਗਰਾਜ ਦੇ ਵਿੱਚ ਬਹਿ ਕੇ ਸੀਐਮ ਸਾਹਿਬ ਤਿਆਰ ਕੀਤਾ ਗਿਆ ਜੀ ਤੁਹਾਨੂੰ ਪਤਾ ਇਸ ਗੱਲ ਦਾ ਇਸ ਤੋਂ ਬਿਨਾ ਗੂਗਲ ਹੈ ਜੀ ਗੂਗਲ ਨੂੰ ਬਣਾਉਣ ਲਈ ਇੱਕ ਛੋਟਾ ਜਿਹਾ ਸਟਾਰਟਅਪ ਸੀ ਅੱਜ ਦੁਨੀਆ ਦੀਆਂ ਇਹ ਅਮੀਰ ਕੰਪਨੀਆਂ ਤੇ ਦੋਨਾਂ ਦੇ ਸੀਈਓ ਇੰਡੀਅਨ ਨੇ ਭਾਰਤੀ ਨੇ ਸੋ ਇਸ ਤਰੀਕੇ ਜੇ WhatsApp ਆ $17 ਬਿਲੀਅਨ ਦਾ ਫੇਸਬੁੱਕ ਨੇ ਖਰੀਦ ਲਿਆ ਉਹ ਵੀ ਇੱਕ ਛੋਟਾ ਜਿਹਾ ਆਈਡੀਆ ਸੀ ਕਿਸੇ ਸਟੂਡੈਂਟ ਦਾ ਅੱਜ ਜੇ ਕਿਸੇ ਨੇ ਕੁਝ ਮੈਸੇਜ ਕਰਨਾ ਤਾਂ WhatsApp ਮੀ ਜੇ ਕਿਸੇ ਨੇ ਸਰਚ ਕਰਨੀ ਹੈ ਤੇ Google ਕਰ ਲਓ ਸੋ ਇੱਕ ਛੋਟਾ ਜਿਹਾ ਤੁਹਾਡਾ ਆਈਡੀਆ ਐਨ ਆਈਡੀਆ ਕੈਨ ਚੇਂਜ ਦੀ ਵਰਲਡ ਇੱਕ ਛੋਟਾ ਜਿਹਾ ਤੁਹਾਡਾ ਆਈਡੀਆ ਮਿਰਕਲ ਕਰ ਸਕਦਾ ਤੁਹਾਡੇ ਸਾਡੇ ਪੰਜਾਬ ਦਾ ਨੌਜਵਾਨ ਦੁਨੀਆ ਦਾ ਸਭ ਤੋਂ ਅਮੀਰ ਨੌਜਵਾਨ ਬਣ ਸਕਦਾ ਜੇ ਕਿਤੇ ਤੁਸੀਂ ਇਸ ਚੀਜ਼ ਨੂੰ ਆਪਣੀ ਕ੍ਰੀਏਟੀਵਿਟੀ ਨੂੰ ਬਾਹਰ ਲੈ ਆਓ ਸਾਡੇ ਪੰਜਾਬ ਦਾ ਵੀ ਮਾਣ ਵਧਣਾ ਇਸ ਦੇਸ਼ ਦਾ ਵੀ ਮਾਣ ਵਧਣਾ
सो इसे तरीके बहुत सारे ਜਿਹੜੇ ਫੀਲਡ ਦੇ ਵਿੱਚ ਅਸੀਂ ਸਟਾਰਟਅਪਸ ਲਾ ਸਕਦੇ, ਚਾਹੇ ਸੌਫਟਵੇਅਰ ਨੇ, ਚਾਹੇ ਉਹ ਖੇਤੀਬਾੜੀ ਹੈ, ਫਾਰਮੇਸੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ, ਜਿਹੜਾ ਇਹ ਮੈਸੇਂਜਰ ਆਰਐਨਏ ਬਣਾਇਆ ਗਿਆ ਸੀ ਮਡਰਮਾ ਦੇ ਦੁਆਰਾ, ਉਹ ਕੰਪਨੀ ਨੂੰ ਪਹਿਲਾਂ ਕੋਈ ਜਾਣਦਾ ਤੱਕ ਨਹੀਂ ਸੀਗਾ, ਤੇ ਜਦੋਂ ਕੋਵਿਡ ਦੇ ਵਿੱਚ ਇਹਨਾਂ ਨੇ ਇਹ ਮੈਸੇਂਜਰ ਆਰਐਨਏ ਦਾ ਜਿਹੜਾ ਬਣਾਇਆ, ਤੇ ਸਭ ਤੋਂ ਜ਼ਿਆਦਾ ਜਿਹੜੀ ਇਹਨਾਂ ਦੀ ਵੈਕਸੀਨ ਆ ਉਹ ਵਿਕੀ, ਤੇ ਅੱਜ ਕਈ ਸਾਇੰਟਿਸਟ ਇਹ ਕਹਿ ਰਹੇ ਵੀ ਉਸ ਮੈਸੇਂਜਰ mRNA ਦੇ ਬੇਸਿਸ ਉੱਤੇ ਕਈ ਕੈਂਸਰ ਨੂੰ ਮਾਤ ਪਾਉਣ ਵਾਲੀਆਂ ਵੀ ਦਵਾਈਆਂ ਬਣਾਈਆਂ ਜਾਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ। ਉਹ ਇੱਕ ਆਈਡੀਆ ਸੀ, ਕੁਝ ਕਿਸੇ ਦੀ ਕ੍ਰੀਏਟੀਵਿਟੀ ਸੀ। ਸੋ ਕ੍ਰੀਏਟਿਵ ਬਣੋ, ਕੁਝ ਦੁਨੀਆ ਤੋਂ 2 ਕਦਮ ਅੱਗੇ ਚੱਲੋ। ਦੇਖੋ ਵਰਲਡ ਮਾਰਕੀਟ ਕੀ ਆ, ਅਸੀਂ ਕਿਹੜੀ ਚੀਜ਼ ਆ ਜਿਹੜੀ ਦੁਨੀਆ ਦੀ ਮਾਰਕੀਟ ਨੂੰ ਦੇਖ ਕੇ ਕਿਸ ਕ੍ਰੀਏਟਿਵ ਆਈਡੀਆ, ਇੱਕ ਆਈਡੀਆ ਤੁਹਾਡਾ ਕੁਝ ਵੀ ਕਰ ਸਕਦਾ। ਮੈਂ ਨਹੀਂ ਚਾਹੁੰਦੀ ਵੀ ਅਸੀਂ ਆਪਣੀਆਂ ਗੱਲਾਂ ਕੋਈ ਤੁਹਾਡੇ ਤੇ ਥੋਪੀਆਂ ਜਾਣ। ਆਪਾਂ ਬੈਠਾਂਗੇ, ਬੈਠ ਕੇ ਕੁਝ ਤੁਸੀਂ ਸੁਣਾਇਓ ਕਿ ਤੁਹਾਡੇ ਕੋਲ ਕੀ ਆਈਡੀਆਜ਼ ਨੇ, ਕੁਝ ਅਸੀਂ ਵੀ ਦੱਸਾਂਗੇ ਵੀ ਕੀ ਹੈਲਪ ਕੀਤੀ ਜਾ ਸਕਦੀ ਹੈ। ਤੇ ਤੁਹਾਡੇ ਨੌਜਵਾਨਾਂ ਦੇ ਸਿਰ ਉੱਤੇ ਜਿਹੜਾ ਪੰਜਾਬ ਹੈ, ਤੁਹਾਡਾ ਕੋਈ ਆਈਡੀਆ ਐਸਾ ਨਿਕਲ ਸਕਦਾ ਕਿ ਪੰਜਾਬ ਦਾ ਪੂਰੀ ਦੁਨੀਆ 'ਚ ਨਾਮ ਹੋ ਸਕਦਾ। ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਇੱਥੇ ਪੜ੍ਹ ਲਿਖ ਕੇ ਬੈਂਗਲੌਰ 'ਚ ਜਾਓ ਜਾਂ ਬਾਹਰ ਕਿਸੇ ਕੰਪਨੀ 'ਚ ਅਪਾਇੰਟ ਹੋ। ਇੱਥੇ ਹੀ ਪੰਜਾਬ ਦੇ ਵਿੱਚ ਰਹਿ ਕੇ ਇਹੋ ਜਿਹਾ ਸਿਸਟਮ ਬਣਾਇਆ ਜਾਵੇ, ਇਹੋ ਜਿਹਾ ਵਧੀਆ ਮਾਹੌਲ ਤੁਹਾਨੂੰ ਦਿੱਤਾ ਜਾਵੇ ਕਿ ਤੁਸੀਂ ਵੀ ਮਾਣ ਮਹਿਸੂਸ ਕਰੋ ਤੇ ਪੰਜਾਬ ਵੀ ਮਾਣ ਮਹਿਸੂਸ ਕਰੇ, ਦੇਸ਼ ਵੀ ਹੈ ਜਿਹੜਾ ਮਾਣ ਮਹਿਸੂਸ ਕਰੇ। ਸੋ ਆਓ, ਸਰਕਾਰ ਅੱਛੀ ਹੈ, ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਪਾਉਣਾ ਚਾਹੁੰਦੇ ਨੇ, ਪੰਜਾਬ ਨੂੰ ਪਿਆਰ ਕਰਨ ਵਾਲੇ ਸਾਡੇ ਮੁੱਖ ਮੰਤਰੀ ਜੀ ਨੇ। ਸੋ ਤੁਹਾਡੀ ਹਰ ਪੱਖੋਂ ਜਿਹੜੀ ਸਪੋਰਟ ਕਰਨੀ ਹੈ। ਜਿੱਦਾਂ ਇਹਨਾਂ ਨੇ ਕਿਹਾ ਕਿ ਮਾਨ ਸਾਹਿਬ ਕਿੰਗ ਆਫ ਸਟਾਰਟਅਪਸ ਬਣ ਸਕਦੇ ਆ, ਤੇ ਅਸੀਂ ਪ੍ਰਣ ਕਰਦੇ ਹਾਂ ਕਿ ਉਹਨਾਂ ਨੂੰ ਇਹ ਜ਼ਰੂਰ ਬਣਾਵਾਂਗੇ, ਸਾਰੇ ਜਣੇ ਰਲ ਮਿਲ ਕੇ ਅੱਛੀ ਸਰਕਾਰ ਦੇ ਨਾਲ। ਸੋ ਹਰ ਪੱਖੋਂ ਤੁਹਾਡੇ ਨਾਲ ਹਾਂ ਜੀ। ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ। ਤੁਸੀਂ ਬੜਾ ਸੋਹਣਾ ਪ੍ਰੋਗਰਾਮ ਇਹ ਕਰਵਾਇਆ, ਯੂਥ ਨੂੰ ਇਨਕਰੇਜ ਕੀਤਾ। ਅੱਛੀ ਸਰਕਾਰ ਆ, ਹੁਣ ਤੁਸੀਂ ਕੰਮ ਕਰੋ, ਅਸੀਂ ਤੁਹਾਡੀ ਸਪੋਰਟ ਕਰਾਂਗੇ। ਨਵੇਂ ਆਈਡੀਆਜ਼ ਲੈ ਕੇ ਆਓ, ਕੁਝ ਵੱਖਰਾ ਕਰਕੇ ਦਿਖਾਈਏ, ਦੁਨੀਆ ਤੋਂ 2 ਕਦਮ ਅੱਗੇ ਚੱਲਣ ਦੀ। ਦੇਖੋ ਵਰਲਡ ਮਾਰਕੀਟ ਕੀ ਹੈ, ਉਸ ਅਕੋਰਡਿੰਗਲੀ ਕੁਝ ਨਾ ਕੁਝ ਪਲਾਨ ਕਰੀਏ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਮੈਮ, ਬਹੁਤ ਬਹੁਤ ਧੰਨਵਾਦ। ਹੁਣ ਵਾਰੀ ਹੈ ਜੀ ਅੱਜ ਦੇ कार्यक्रम ਦੀ ਬਹੁਤ ਇੰਪੋਰਟੈਂਟ ਪਾਰਟ ਦੀ। ਇਟਸ ਟਾਈਮ ਫॉर the most important part of this program. It's time for unveiling of the plaque. And I request our Honorable Chief Minister Sardar Bhagwant Mann ji and all our dignitaries present on the stage to please come forward for the unveiling. Thank you. Zordar Talia, I request everybody to please put your hands together. Thank you very much. Thank you. Thank you very much. So now it's time for one more very important part of this program. It's time for the speech of our Honorable Chief Minister, Sardar Bhagwant Mann ji. I request you to please put your hands together and welcome for the speech, Honorable Chief Minister Sardar Bhagwant Mann ji. Thank you. बहुत बहुत धन्यवाद, बहुत बहुत मेहरबानी। मंच ਦੇ ਉੱਤੇ ਮੇਰੀ ਕੈਬਨਿਟ ਦੇ ਸਾਥੀ ਮੈਡਮ ਅਨਮੋਲ ਗਗਨਮਾਨ ਜੀ, ਮੇਰੀ ਟੀਮ ਦੇ ਬੜੇ ਕ੍ਰੂਸ਼ਲ ਤੇ ਬਹੁਤ ਸੁਲਝੇ ਹੋਏ ਮੈਂਬਰ, ਐਮਐਲਏ ਮੋਹਾਲੀ ਕੁਲਵੰਤ ਸਿੰਘ ਜੀ, ਮੇਰੀ ਆਫੀਸਰਸ ਦੀ ਟੀਮ, ਮੋਹਾਲੀ ਜ਼ਿਲ੍ਹੇ ਦੀ ਸਾਰੀ ਆਫੀਸਰ ਸਾਹਿਬਾਨਾਂ ਦੀ ਟੀਮ, ਐਸਐਸਪੀ ਸਾਹਿਬ,
डीसी साहब, जिन्ने भी होर अहुदेदार साहबान पहुंचे ने, बहुत बहुत मेहरबानी। सब तो वध मैं धन्नवाद करदा प्रमोद भसीन जी का, जिन्हों ने मैनू इत्थे बुलाया, मान सत्कार दिता। बहुत बहुत शुक्रिया, बहुत बहुत मेहरबानी। क्योंकि कुछ लोग स्टेट तो बाहरों भी आए हुए ने, इस करके मैं अपनी स्पीच नू पंजाबी हिंदी मिक्स कर लूं। स्टार्टअप ਦੇ इस यूनीक प्रोग्राम ਦੇ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ। ਬੜੀਆਂ ਗੱਲਾਂ ਹੁੰਦੀਆਂ ਨੇ, ਬੜੀਆਂ ਡਿਬੇਟਸ ਹੁੰਦੀਆਂ ਨੇ, ਸੈਮੀਨਾਰ ਹੁੰਦੇ ਨੇ, ਗੋਸ਼ਟੀਆਂ ਹੁੰਦੀਆਂ ਨੇ ਕਿ ਕਿੱਦਾਂ ਆਪਾਂ ਯੂਥ ਨੂੰ ਪ੍ਰਮੋਟ ਕਰ ਸਕਦੇ ਹਾਂ, ਉਹਨਾਂ ਦੇ ਆਈਡੀਆਜ਼ ਨੂੰ ਪ੍ਰਮੋਟ ਕਰ ਸਕਦੇ ਹਾਂ। इंडिया यंगेस्ट कंट्री ऑन द अर्थ, यह भी गल आप बड़े जोर नाल कहने, मान नाल कहने। 65% आवर पॉपुलेशन जो है 35 साल से नीचे, कहते जी बहुत यंगेस्ट कंट्री है। तो हम 65% जो हमारे 35 साल से नीचे की उम्र के नागरिक हैं। अच्छी बात है, लेकिन अगर इसको थोड़ा रिवर्स एंगल से देखें तो ये उल्टा भी पड़ सकता है, क्योंकि यूथ के पास एनर्जी बहुत है, बहुत एनर्जी है। अगर उनकी एनर्जी को पॉजिटिव तरीके से इस्तेमाल किया गया तो देश ऊंचा जाएगा। अगर उनकी एनर्जी को ऐसी लाबारिश छोड़ दिया गया, फिर वो एनर्जी पता नहीं कहां इस्तेमाल होगी, हो सकता देश के लिए खतरनाक भी हो सकती है। एनर्जी मीन्स उनके आइडियाज, उनकी डिग्री के मुताबिक उनको काम, उनको इधर उधर देखना ना पड़े, मैं वहां जाऊं, मैं जहां जाऊं। दो 65% ऑफ इंडिया बिलो 35, लेकिन जहाज भर के हम डॉक्टरों के, अपने डॉक्टरों के, डॉक्टरी की पढ़ाई करने वाले, उनको यूक्रेन से लेके आते हैं। क्यों जाना पड़ा वहां पे? 25 साल पहले मुल्क आजाद हुआ था वो, हम 75 साल हैं। वो कोई नालायक स्टूडेंट नहीं है, मेरे पास भी आए थे पंजाब के भी बहुत से, 99.2, 99.3, 99.4, 5, 6, 7। क्यों जाना पड़ रहा है? यहां कोटा सिस्टम है, ये मैनेजमेंट का कोटा है, ये इसका कोटा है। मापे कहते हैं जी वो जो काम 25-30 लाख में यूक्रेन में होता है, यहां 3 करोड़ लगता है। तो फिर आप स्टार्टअप का क्या करोगे? तो ये चीज हमें बदलनी पड़ेगी, हमें उनको प्लेटफॉर्म देना पड़ेगा इसी मुल्क में। मैंने ऊपर जो आइडियाज यूथ ने क्रिएट किए हैं, बहुत अच्छे ने। किसी ने गुड़ ते शक्कर तो कुछ होर बनाया, किसी ने पशुओं लई ICU ते पशुओं दी बीमारियां नाल रिलेटेड एप्स बनाईयां, किसी ने अगली दुनिया अगे की चाहती है ਉਹਦੇ ਲਈ ਰਿਲੇਟਡ अपना स्टार्टअप किया। बहुत अच्छी गल। साडे कोल जिस तरह मंत्री साहिबा बोल रहे सी, साडे कोल आइडियाज की कमी नहीं है, मेहनत की कोई कमी नहीं है। पंजाब च बहुत मेहनती कौम है। मेहनती कौम का सबूत यह है, अमरीका, कनेडा, इंग्लैंड, हॉलैंड, बेल्जियम, फ्रांस, जर्मनी, इटली, नॉर्वे, स्वीडन, आस्ट्रेलिया, न्यूजीलैंड, जिथे मर्जी चले जाओ ਤੁਹਾਨੂੰ पंजाबी मिलणगे ते वैल सैटल्ड मिलणगे। इत्थों 20 रुपये लैके गए सी, वो पता नहीं किवें किवें गए सी, ये भी नहीं पता। बहुत सारे रास्ते उन्होंने पता नहीं रिस्क लेने पे जिंदगी दे, पर अज दी डेट च उन्हां दे
ਫੈਕਟਰੀਆਂ ਨੇ, ਉਹਨਾਂ ਕੋਲੇ 150 200 ਗੋਰੇ ਕੰਮ ਕਰਦੇ ਆ ਉਹਨਾਂ ਕੋਲੇ ਫੈਕਟਰੀਆਂ 'ਚ। 18 ਘੰਟਿਆਂ ਦੀਆਂ ਸ਼ਿਫਟਾਂ ਲਾਉਂਦੇ ਹੋ, 20 ਘੰਟਿਆਂ ਦੀਆਂ ਸ਼ਿਫਟਾਂ ਲਾਉਂਦੇ ਆ। ਮਿਹਨਤੀ ਕੋਈ ਕਮੀ ਨਹੀਂ। ਉਹੀ ਮੌਕਾ ਇੱਥੇ ਮਿਲੇ ਤਾਂ ਸਾਡਾ ਬ੍ਰੇਨ ਡਰੇਨ ਨਾ ਹੋਵੇ ਤਾਂ। ਅਬਦੁਲ ਕਲਾਮ ਜੀ, ਉਹਨਾਂ ਨੇ ਬੜਾ ਵਧੀਆ ਕੋਟ ਕੀਤਾ ਕਿਸੇ ਕਿਤਾਬ 'ਚ ਕਿ ਸੁਪਨੇ ਉਹ ਨਹੀਂ ਹੁੰਦੇ ਜੋ नींद ਚ ਆਉਂਦੇ ਨੇ, सपने वो नहीं होते जो नींद में आते हैं, सपने वो होते हैं जो आपको सोने नहीं देते। किसी ਨੂੰ ਕੋਈ ਸੁਪਨਾ, ਉਹਦਾ ਸੁਪਨਾ ਹੈ ਮੈਂ ਆ ਕਰਨਾ ਹੈ, ਤੇ ਉਹ ਉਸੇ ਉਹਦੇ ਦਿਮਾਗ ਦੇ ਵਿੱਚ ਵੜਿਆ ਹੋਇਆ ਮੈਂ ਆ ਆਈਡੀਆ ਕ੍ਰੀਏਟ ਕਰਨਾ ਤੇ ਮੈਂ ਦੁਨੀਆ ਨੂੰ ਦਿਖਾਉਣਾ ਹੈ, ਫਿਰ ਉਹਨੂੰ ਨੀਂਦ ਨਹੀਂ ਆ ਸਕਦੀ। ਸੁਪਨਾ ਸੌਣ ਨਹੀਂ ਦਿੰਦਾ, ਤੇ ਸੁੱਤੇ ਪਏ ਨੂੰ ਆਇਆ ਹੋਇਆ ਸੁਪਨਾ ਜਿਹੜਾ ਉਹ ਤਾਂ ਸਵੇਰੇ ਉੱਠਣ ਤੋਂ ਬਾਅਦ ਆਪਾਂ ਭੁੱਲ ਹੀ ਜਾਂਦੇ ਹਾਂ, ਯਾਰ ਹੋਰ ਪਤਾ ਨਹੀਂ ਕੀ ਸੀ, ਇੰਨਾ ਕਿ ਮੈਨੂੰ ਯਾਦ ਆ ਬਸ। ਸੋ ਸਾਡੇ ਯੂਥ ਦਾ ਜਿਹੜਾ ਸੁਪਨਾ ਹੈ ਉਹਨੂੰ ਪੂਰਾ ਕਰਨਾ ਹੈ। ਤੁਸੀਂ ਸਟਾਰਟਅਪ ਦੀ ਗੱਲ ਕਰਦੇ ਹੋ, ਸਟਾਰਟਅਪ ਕੱਲਾ ਆਈਟੀ ਸੈਕਟਰ 'ਚ ਨਹੀਂ, ਸਟਾਰਟਅਪ ਕੱਲਾ ਵੈਬ ਪੋਰਟਲ 'ਚ ਜਾਂ ਕਿਸੇ ਹੋਰ, ਤੇ ਰਾਜਨੀਤੀ 'ਚ ਵੀ ਸਟਾਰਟਅਪ ਹੈ। ਆ ਦੇਖੋ ਸਾਡਾ ਸਟਾਰਟਅਪ, ਪਹਿਲੀ ਵਾਰ ਐਮਐਲਏ, ਪਹਿਲੀ ਵਾਰੀ ਮੰਤਰੀ, ਯੰਗ ਕੁੜੀ ਹੈ, ਸਟਾਰਟਅਪ ਹੈ। ਇਹਨਾਂ ਨੇ ਸੁਪਨਾ ਲਿਆ ਮੈਂ ਵੀ ਐਮਐਲਏ ਬਣਨਾ, ਅਦਰਵਾਈਜ਼ ਮੈਂ ਵੀ ਉਹਦੇ ਦਾ ਹਿੱਸਾ ਹਾਂ। ਮੈਂ ਬਹੁਤ ਫੇਮਸ ਆਰਟਿਸਟ ਸੀ, ਮੈਂ ਕਿਹੜਾ ਕੋਈ ਫੇਲ ਆਰਟਿਸਟ ਸੀ ਕਿ ਚਲੋ ਇਧਰੋਂ ਫੇਲ ਹੋ ਗਏ ਹੁਣ ਇੱਧਰ ਚੱਲਦੇ ਹਾਂ। ਪਰ ਮੇਰਾ ਸੁਪਨਾ ਸੀ ਦੇਸ਼ ਲਈ ਕੁਝ ਕਰਨਾ, ਤੇ ਉਹ ਸੁਪਨੇ ਨੇ ਮੈਨੂੰ ਨੀਂਦ ਨਹੀਂ ਆਉਣ ਦਿੱਤੀ, ਤੇ ਉਹ ਸੁਪਨਾ ਅੱਜ ਪੂਰਾ ਹੋਇਆ ਪਿਆ ਕਿ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ। ਸਾਡੇ ਕੋਲ 92 ਐਮਐਲਏ ਨੇ, ਐਵਰੇਜ ਏਜ 39 ਇਅਰਸ। ਪਹਿਲਾਂ ਅਸੀਂ ਸੋਚ ਹੀ ਨਹੀਂ ਸਕਦੇ ਸੀ ਕਿ ਇਸ ਲਾਈਨ ਚਲੇ ਜਾਵਾਂਗੇ। ਇਹਨੂੰ ਤਾਂ ਪੈਸੇ ਵਾਲਿਆਂ ਦੀ ਜਾਂ ਕੋਈ ਧੱਕਾ ਮੁੱਕੀ ਵਾਲਿਆਂ ਦੀ ਖੇਡ ਮੰਨਿਆ ਜਾਂਦਾ ਸੀ। ਹੁਣ ਇੰਟਰਸਟ ਪੈਦਾ ਹੋ ਗਿਆ ਕਿ ਮੈਂ ਵੀ ਕਾਗਜ਼ ਭਰ ਸਕਦਾ, ਮੈਂ ਵੀ ਨੋਮੀਨੇਸ਼ਨ ਭਰ ਸਕਦਾ। ਬਿਲਕੁਲ ਸੇਮ ਤੁਸੀਂ ਕਰੋ। ਇਸ ਤਰ੍ਹਾਂ ਦਾ ਪਲੇਟਫਾਰਮ ਹੋਵੇ ਕਿ ਤੁਸੀਂ ਜੌਬ ਸੀਕਰਸ ਨਾ ਬਣੋ, ਤੁਸੀਂ ਜੌਬ ਪ੍ਰੋਵਾਈਡਰਸ ਬਣੋ। ਤੁਸੀਂ ਕੰਮ ਦਿਓ, ਟੈਂਕੀਆਂ ਤੇ ਚੜ ਕੇ ਨਾਰੇ ਲਾਉਣ ਦੀ ਬਜਾਏ ਆਪਣਾ ਕੰਮ ਸ਼ੁਰੂ ਕਰ ਲਈਏ। ਕੰਮ ਦਿਓ, ਸਰਕਾਰ ਤੁਹਾਡੀ ਹੈਲਪ ਕਰੂ। ਸਰਕਾਰ ਤੁਹਾਨੂੰ ਤੁਹਾਡੇ ਲਈ ਕਿੰਨਾ ਕੁਝ ਚਾਹੀਦਾ, ਕੀ ਪਾਲਿਸੀਜ਼ ਨੇ, ਉਹ 'ਚ ਹੈਲਪ ਕਰੋ। ਕਰਪਸ਼ਨ ਫ੍ਰੀ ਮਾਹੌਲ ਦੇਵਾਂਗੇ, ਕੋਈ ਸਿੰਗਲ ਵਿੰਡੋ ਸਿਸਟਮ ਹੋਊਗਾ, ਹੈਗਾ ਤਾਂ ਪਹਿਲਾਂ ਵੀ ਸੀ, ਪਿਛਲੇ 10-15 ਸਾਲ ਤੋਂ ਹੈਗਾ, ਪਹਿਲਾਂ ਵੀ ਸਿੰਗਲ ਵਿੰਡੋ ਹੀ ਸੀ, ਪਰ ਹਰ ਅਫਸਰ ਦੀ ਆਪਣੀ ਆਪਣੀ ਵਿੰਡੋ ਸੀ ਸਿੰਗਲ। ਉਹ ਕਹਿੰਦਾ ਮੇਰੇ ਵਾਲੀ ਤੇ ਪਹਿਲਾਂ ਆ, ਫਿਰ ਅਗਲੀ ਤੇ ਜਾਏ। ਹੁਣ ਸੱਚੀ ਮੁੱਚੀ ਸਿੰਗਲ ਕਰਤੀ ਅਸੀਂ ਕਿ ਇੱਕ ਵਿੰਡੋ ਹੈ, ਉੱਥੋਂ ਹੀ ਸਾਰੇ ਤੁਸੀਂ ਪਰਮਿਸ਼ਨ ਲੈ ਲਓ। ਅਸੀਂ ਲਰਨਿੰਗ ਲਾਇਸੈਂਸ, ਈ ਲਰਨਿੰਗ ਲਾਇਸੈਂਸ ਕਰਤਾ। ਤੁਸੀਂ ਅਸੀਂ ਇੱਕ ਵੈਬ ਪੋਰਟਲ ਦੇਤਾ, ਉਹਦੇ ਤੇ ਕੁਐਸਚਨ ਪੇਪਰ ਆ ਜਾਊਗਾ, ਤੁਸੀਂ ਕੁਐਸਚਨਾਂ ਦੇ ਜਵਾਬ ਦੇ ਕੇ ਸਬਮਿਟ ਕਰੋ, ਤੁਸੀਂ ਪਾਸ ਹੋ ਗਏ ਤਾਂ ਈ ਜਿਹੜਾ ਲਰਨਿੰਗ ਲਾਇਸੈਂਸ ਹੈ ਉਹ ਤੁਸੀਂ ਪ੍ਰਿੰਟ ਕਰਕੇ ਘਰੇ ਅਗਲੇ ਦਿਨ ਲਰਨਿੰਗ ਲਾਇਸੈਂਸ ਤੁਹਾਡੇ ਹੱਥ 'ਚ ਹੋਊਗਾ। ਈ ਰਜਿਸਟ੍ਰੇਸ਼ਨ, ਆਰਸੀ, ਗੱਡੀ ਦੀ ਆਰਸੀ, ਗੱਡੀ ਲਈ ਕੰਪਿਊਟਰ ਦੇ ਵਿੱਚ ਨੰਬਰ ਨੇ, ਤੁਹਾਡਾ ਫੇਵਰਿਟ ਨੰਬਰ ਲਓ, ਆਧਾਰ ਕਾਰਡ ਪਾਓ। ਜਦੋਂ ਤੁਸੀਂ ਗੱਡੀ ਲੈ ਕੇ ਨਿਕਲੋਗੇ ਜਾਂ ਮੋਟਰਸਾਈਕਲ ਸ਼ੋਰੂਮ 'ਚੋਂ, ਤਾਂ ਨਾਲ ਤੁਹਾਡੇ ਫੋਨ ਤੇ ਆਰਸੀ ਹੋਊਗੀ ਜਿਹੜੀ ਕਿ ਵੈਲਿਡ ਹੈ। ਜੇ ਕੋਈ ਟ੍ਰੈਫਿਕ ਪੁਲਿਸ ਵਾਲਾ ਰੋਕੂਗਾ, ਉਹ ਮੰਗੂਗਾ ਆਰਸੀ, ਤਾਂ ਤੁਸੀਂ ਜਿਵੇਂ 에ਅਰਪੋਰਟ ਤੇ ਆਪਾਂ ਦਿਖਾਉਂਦੇ ਹਾਂ ਆਪਣੀ ਟਿਕਟ, ਇਸ ਤਰ੍ਹਾਂ ਆਰਸੀ ਦਿਖਾ ਦਿਓ। ਅਸੀਂ ਈ ਗਵਰਨੈਂਸ ਵੱਲ ਚੱਲੇ ਹੋਏ ਹਾਂ। ਫਰਦਾਂ
ਹੋਰ ਜਿਹੜੇ ਜਿਹਦੇ ਪਿੱਛੇ ਧੱਕੇ ਇੰਨੇ ਖਾਣੇ ਪੈਂਦੇ ਸੀਗੇ, ਬੁੱਧਵਾਰ ਨੂੰ ਆਈ, ਵੀਰਵਾਰ ਨੂੰ ਆਈ, ਉਹ ਸਾਰੇ ਅਸੀਂ ਖਤਮ ਕਰਨ ਲੱਗੇ। ਵਪਾਰੀ ਕੀ ਚਾਹੁੰਦਾ ਹੈ, ਇੰਡਸਟਰੀਲਿਸਟ ਕੀ ਚਾਹੁੰਦਾ ਹੈ? ਤੁਸੀਂ ਕੱਲ ਨੂੰ ਬਹੁਤ ਵੱਡੇ ਵੱਡੇ ਇੰਡਸਟਰੀਲਿਸਟ ਬਣੋਗੇ, ਕੀ ਚਾਹੁੰਦੇ ਹੋ? ਮਾਹੌਲ। ਦੱਸ, ਸਾਨੂੰ ਇੱਥੇ ਕੰਮ ਕਰਨ ਦਾ ਮੌਕਾ ਦੇ ਦਿਓ ਜੀ, ਬਾਕੀ ਅਸੀਂ ਆਪ ਹੀ ਕਰ ਲਾਂਗੇ, ਸਾਨੂੰ ਕੋਈ ਤੰਗ ਨਾ ਕਰੇ ਜੀ। ਬਸ ਬਾਕੀ ਮੈਂ ਦੱਸਿਆ ਸੀ ਉੱਪਰ ਗੱਲ ਕਰਦੇ ਹਾਂ ਕਿ ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ। ਇੱਥੋਂ ਤੱਕ 500 ਮੀਟਰ ਹੀ ਹੈ, ਜਹਾਜ਼ ਨੂੰ ਉਡਾਉਂਦਾ ਨਹੀਂ ਕੋਈ ਵੀ ਰਨਵੇ, ਸਿਰਫ ਮੌਕਾ ਦਿੰਦਾ ਉੱਡਣ ਦਾ। ਅੱਗੇ ਜਹਾਜ਼ ਦੇ ਜਿਹੜੇ ਇੰਜਨ ਨੇ ਉਹਨਾਂ ਤੇ ਡਿਪੈਂਡ ਕਰਦਾ ਹੈ ਕਿ ਉਹ ਦਿੱਲੀ ਤੋਂ ਉੱਡ ਕੇ ਚੰਡੀਗੜ੍ਹ ਉਤਰਦੇ ਆ 40 ਮਿੰਟਾਂ ਬਾਅਦ, ਜਾਂ ਸੈਨ ਫਰਾਂਸਿਸਕੋ ਜਾਂਦੇ ਆ 14.5 ਘੰਟੇ ਬਾਅਦ। ਜਿਹੜਾ ਜਹਾਜ਼ ਹੈ 747 787 ਬਹੁਤ ਤਾਕਤ ਹੁੰਦੀ ਹੈ ਉਹਦੇ ਚ, ਉਹਦੇ ਇੰਜਨਾਂ ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। 350 पैसेंजर, अपना वजन, पैसेंजर्स का सामान, लगभग 1.25 लाख लीटर तेल लेकर उड़ जाता है। इतनी ताकत होती है। लेकिन जब वो एयरपोर्ट पर एक गेट पर खड़ा है तब उसकी ताकत 0 होती है। बैक गियर नहीं होता, अब आगे जा नहीं सकता, पीछे हो नहीं सकता, कहां जाएगा? फिर एक छोटा सा ट्रैक्टर आता है, वो ट्रैक्टर जहाज को ऐसे करके पीछे करके सीधा कर देता, तो जहाज को रनवे नजर आ जाता है। फिर वो ट्रैक्टर को कहता है थैंक यू वेरी मच, आपका काम हो गया, अब मेरा काम शुरू। फिर वो उड़ जाता है। अब यूथ हमारा इंजन है, जहाज है यूथ, इंजनों में बहुत ताकत है, लेकिन बदकिस्मती ये है 80% से ज्यादा गेट पर खड़े हैं। कोई टीचर के रूप में, कोई लीडर के रूप में ट्रैक्टर मिल जाए तो वो बहुत दूर जा सकते हैं। और लकीली आज टीचर दिवस है, आज अध्यापक दिवस है। गुरु जिसने कुछ सिखाया, मां बाप जन्म देने वाले हैं, आगे जिंदगी को कैसे चलाना है उसके लिए अध्यापक आते हैं। फिर सो आप यहां पे आओगे तो आपको प्लेटफॉर्म मिलेगा, रनवे मिलेगा, ट्रैक्टर भी मिलेगा।